ਅਕਾਲੀ ਆਗੂ ਬਿਕਰਮ ਮਜੀਠੀਆ ਉਹਨਾਂ ਨੂੰ ਜਿਹੜੀ ਬੇਲ ਮਿਲੀ ਹੈ ਉਹ ਇਸ ਲਈ ਮਿਲੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਸਾਥ ਦਿੱਤਾ ਹੈ ਪ੍ਰੈਜ਼ੀਡੈਂਟ ਦੀਆਂ ਚੋਣਾਂ ਦੇ ਵਿੱਚ। ਨਾਲ ਹੀ ਨਾਲ ਉਹਨਾਂ ਨੇ ਇਹ ਦਾਅਵਾ ਕਰ ਦਿੱਤਾ ਹੈ, ਇਹ ਐਲਾਨ ਕਰ ਦਿੱਤਾ ਹੈ ਕਿ ਅਸੀਂ ਉਪ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਵਾਈਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਵੀ ਭਾਜਪਾ ਦਾ ਹੀ ਸਾਥ ਦੇਵਾਂਗੇ। ਹੁਣ ਮਨਪ੍ਰੀਤ ਸਿੰਘ ਇਆਲਿਓ ਨੇ ਕੁਝ ਮਰਜ਼ੀ ਕਹੀ ਜਾਣ, ਪਰ ਸ਼੍ਰੋਮਣੀ ਅਕਾਲੀ ਦਲ ਦਾ ਆਫੀਸ਼ੀਅਲ ਸਟੈਂਡ ਇਹੀ ਹੈ। ਇਹ ਆਫੀਸ਼ੀਅਲ ਸਟੈਂਡ ਕੀ ਫਾਇਦਾ ਬਣ ਕੇ ਆਇਆ ਬਿਕਰਮ ਮਜੀਠੀਆ ਉਹਨਾਂ ਦੇ ਲਈ ਜਿਨ੍ਹਾਂ ਦੀ ਬੇਲ ਆ ਗਈ। ਨਾਲ ਹੀ ਨਾਲ ਇਹ ਟਾਈਮਲਾਈਨ ਕਿਵੇਂ ਸੈੱਟ ਕਰਦੇ ਆ ਕਿ ਇੰਨੀਆਂ 7-8 ਵਾਰੀ ਉਹਨਾਂ ਨੇ ਬੇਲ ਪਟੀਸ਼ਨਸ ਪਾਈਆਂ, ਉਹ ਸਾਰੀਆਂ ਨੂੰ ਰਿਜੈਕਟ ਕਰ ਦਿੱਤਾ ਮਾਣਯੋਗ ਅਦਾਲਤ ਨੇ। ਤੇ ਇੱਕੋ ਦਮ ਮਾਣਯੋਗ ਅਦਾਲਤ ਨੇ ਇਹ ਸੋਚਿਆ ਕਿ ਚਲੋ ਹੁਣ ਛੱਡ ਦਿੰਦੇ ਆ। ਇੰਨੀ ਸਿੱਧਾ NDPS ਐਕਟ ਦੇ ਵਿੱਚ NDPS ਦੇ ਕਿਸੇ ਵੀ ਕੇਸ ਦੇ ਵਿੱਚ ਇੰਨੀ ਜਲਦੀ ਰਿਹਾਈ ਨਹੀਂ ਹੁੰਦੀ, ਫਿਰ ਇਹਨਾਂ ਨੂੰ ਕਿਵੇਂ ਛੱਡਿਆ ਗਿਆ। ਦੂਜੀ ਗੱਲ ਜਿਹੜੀ ਇਹ ਸਾਰੀ ਖਿਚੜੀ ਪੱਕ ਰਹੀ ਸੀਗੀ ਜਿਹਦੇ ਵਿੱਚ ਕਾਂਗਰਸ ਵੀ ਨਾਲ ਹੀ ਸੀਗੀ, ਮੁੜ ਕੇ ਆਮ ਆਦਮੀ ਪਾਰਟੀ ਨੇ ਵੀ ਵਧੀਆ ਰੋਲ ਨਿਭਾਇਆ। ਇਹਨਾਂ ਨੇ ਇਸ ਕੇਸ ਨੂੰ ਲੜਿਆ। ਉਹ ਇਹ ਬਾਅਦ ਦੀ ਗੱਲ ਹੈ ਕਿ ਬਿਕਰਮ ਮਜੀਠੀਆ ਉਣੀ ਇਸ ਕੇਸ ਦੇ ਵਿੱਚ ਫਸਣਗੇ ਨਹੀਂ ਫਸਣਗੇ, ਉਹਨਾਂ ਨੂੰ ਜੇ ਉਹਨਾਂ ਨੇ ਕੁਝ ਮਾੜਾ ਮੰਦਾ ਕੰਮ ਕੀਤਾ ਹੋਊਗਾ ਤਾਂ ਉਹਨਾਂ ਨੂੰ ਜੇਲ੍ਹ ਹੋਊਗੀ, ਜੇ ਉਹਨਾਂ ਨੇ ਕੁਝ ਨਹੀਂ ਕੀਤਾ ਹੋਊਗਾ ਉਹ ਪਾਕ ਸਾਫ਼ ਹੋ ਕੇ ਬਾਹਰ ਆ ਜਾਣਗੇ। ਸੋ ਇਹ ਸਾਰੇ ਕੁਝ ਦੇ ਵਿੱਚ ਆਪਾਂ ਨੂੰ ਦੇਖਣਾ ਇਹ ਹੈ ਕਿ ਜਿਹੜੀ ਇਹ ਹੁਣ ਚਰਚਾ ਚੱਲ ਪਈ ਹੈ ਸੋਸ਼ਲ ਮੀਡੀਆ ਦੇ ਉੱਤੇ। ਮੈਂ ਪਹਿਲਾਂ ਦੱਸਦਾ ਕਿ ਇਹ ਜਿਹੜਾ ਇੱਕ ਕਨਸਪੀਰੇਸੀ ਥਿਊਰੀ ਹੈ ਜਿਹੜੀ ਸਾਹਮਣੇ ਆਈ ਹੈ ਕਿ ਬਿਕਰਮ ਮਜੀਠੀਆ ਉਹਨਾਂ ਨੂੰ ਇਸ ਕਰਕੇ ਛੱਡਿਆ ਗਿਆ, ਇਸ ਕਰਕੇ ਬੇਲ ਮਿਲੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਜ਼ੀਡੈਂਟ ਚੁਣਨ ਦੇ ਵਿੱਚ ਭਾਜਪਾ ਨੂੰ ਆਪਣੀ ਮਨਮਰਜ਼ੀ ਦਾ ਮਦਦ ਕੀਤੀ, ਤੇ ਨਾਲ ਹੀ ਜਿਹੜੀ ਉਪ ਰਾਸ਼ਟਰਪਤੀ ਦੀਆਂ ਚੋਣਾਂ ਨੇ ਵਾਈਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੇ ਉਹਦੇ ਵਿੱਚ ਵੀ ਹੁਣ ਵਾਅਦਾ ਕਰ ਦਿੱਤਾ ਕਿ ਅਸੀਂ ਤੁਹਾਡੇ ਹੱਕ ਦੇ ਵਿੱਚ ਹੀ ਭੁਗਤਾਂਗੇ। ਇਹ ਥਿਊਰੀ ਦਿੱਤੀ ਹੈ ਸੋਸ਼ਲ ਮੀਡੀਆ ਨੇ, ਪੰਜਾਬ ਦੇ ਲੋਕਾਂ ਨੇ। ਬੜੇ ਲੋਕੀ ਇਹ ਕਹਿ ਰਹੇ ਨੇ ਕਿ ਇਹ ਇੱਕੋ ਦਮ ਬਿਕਰਮ ਮਜੀਠੀਆ ਉਹਨਾਂ ਨੂੰ ਕਿਵੇਂ ਛੱਡਿਆ ਜਾ ਸਕਦਾ, ਕਿਉਂ ਛੱਡਿਆ ਗਿਆ, ਕਿਵੇਂ ਛੱਡਿਆ ਗਿਆ, ਕੀ ਕਾਰਨ ਸੀ ਇਹਦੇ ਪਿੱਛੇ ਦੇ। ਤੇ ਇਹ ਸਾਰੀ ਟਾਈਮਲਾਈਨ ਹੈ ਕੀ ਹੈ ਜਿਹਦੇ ਮੁਤਾਬਿਕ ਕਿ ਇੰਨੀਆਂ ਸਾਰੀਆਂ ਬੇਲ ਪਟੀਸ਼ਨ ਲਗਭਗ 7-8 ਬੇਲ ਪਟੀਸ਼ਨਸ ਪਾਈਆਂ ਜਾਂਦੀਆਂ ਨੇ, ਉਹਨਾਂ ਨੂੰ ਠੁਕਰਾਇਆ ਜਾਂਦਾ ਹੈ, ਨਾ ਸਿਰਫ ਪੰਜਾਬ ਹਰਿਆਣਾ ਹਾਈ ਕੋਰਟ ਮੋਹਾਲੀ ਦੀ ਹਾਈ ਕੋਰਟ ਵੱਲੋਂ ਬਲਕਿ ਸੁਪਰੀਮ ਕੋਰਟ ਦੇ ਵੱਲੋਂ, ਐਪੈਕਸ ਕੋਰਟ ਦੇ ਵੱਲੋਂ, ਭਾਰਤ ਦੀ ਸਰਵ ਉੱਚ ਅਦਾਲਤ ਦੇ ਵੱਲੋਂ ਵੀ। ਸੋ ਇਹ ਪੂਰਾ ਕਹਾਣੀ ਹੈ ਕੀ ਹੈ, ਪੂਰੀ ਖੇਡ ਹੈ ਕੀ ਹੈ। ਇੱਕ ਗੱਲ ਤਾਂ ਹੈ ਕਿ ਭਾਜਪਾ ਨੂੰ ਇਸ ਸਮੇਂ ਨੰਬਰ ਚਾਹੀਦੇ ਨੇ ਕਿਉਂਕਿ ਜਿਹੜੀ RJDU ਦੀ ਜਿਹੜੀ ਸਰਕਾਰ ਸੀਗੀ ਉਹਨਾਂ ਦੀ ਗਠਬੰਧਨ ਦੇ ਨਾਲ ਚੱਲ ਰਹੀ ਸੀਗੀ। ਬਿਹਾਰ ਦੇ ਵਿੱਚ ਉਹ ਟੁੱਟ ਚੁੱਕੀ ਹੈ। ਸੁਸ਼ਾਸਨ ਬਾਬੂ ਕਿਹਾ ਜਾਂਦਾ ਸੀਗਾ ਨਿਤਿਸ਼ ਕੁਮਾਰ ਨੂੰ, ਉਹ ਆਪਣਾ ਝੋਲੀ ਬਸਤਾ ਚੱਕ ਕੇ ਉਹ ਦੂਜੇ ਪਾਸੇ ਚਲੇ ਗਏ ਨੇ। ਬਿਹਾਰ ਦੇ ਵਿੱਚ ਰਾਜਨੀਤੀ ਦੇ ਵਿੱਚ ਇੱਕ ਤਬਦੀਲੀ ਇੱਕੋ ਦਮ ਆ ਗਈ ਹੈ। ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਐਸਾ ਕੁਝ ਵੀ ਹੋ ਜਾਏਗਾ, ਇਹ ਪਰ ਹੋਇਆ। ਸੋ ਉਹ ਲਾਲੂ ਯਾਦਵ ਦੇ ਨਾਲ ਚਲੇ ਗਏ, ਉਹਨਾਂ ਦਾ ਮੁੰਡਾ ਸੂਰਿਆ ਯਾਦਵ, ਸੂਰਿਆ ਤੇਜਸਵੀ ਕਹਿੰਦੇ ਆ ਉਹਨੂੰ, ਉਹਦੇ ਨਾਲ ਜਾ ਕੇ ਉਹ ਬੈਠ ਗਏ। ਸੋ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ, ਅੱਜ ਸਹੁੰ ਵੀ ਚੱਕ ਲਈ। ਇਸੇ ਨਾਲ ਹੁਣ ਆਉਣ ਵਾਲੀ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹੋ ਸਕਦਾ ਭਾਜਪਾ ਨੂੰ ਥੋੜੀ ਬਹੁਤੀ ਤੰਗੀ ਦੇਖਣੀ ਪਵੇ ਤੇ ਉਹਨਾਂ ਨੂੰ ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ ਉਹਨਾਂ ਦੀ ਮਦਦ ਲੈਣੀ ਪਵੇ, ਜਿਹਦਾ ਕਿ ਐਲਾਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਰ ਚੁੱਕੀ ਹੈ। ਸੋ ਆਓ ਪਹਿਲਾਂ ਦੇਖਦੇ ਹਾਂ ਕਿ ਇਹ ਸਾਰਾ ਕੇਸ ਹੋਇਆ ਕਿਵੇਂ, ਬਿਕਰਮ ਮਜੀਠੀਆ ਉਹਨਾਂ ਨੂੰ ਕਦੋਂ ਫੜਿਆ ਗਿਆ, ਕਿਹਨੇ ਫੜਵਾਇਆ, FIR ਕਿਹਨੇ ਦਰਜ ਕਰਵਾਈ, ਕੇਸ ਸ਼ਾਸਨ ਦੇ ਵਿੱਚ ਹੋਇਆ ਕਿਉਂਕਿ 3 ਰਾਜੇ ਬਦਲ ਚੁੱਕੇ ਨੇ, 3 CM ਬਦਲ ਚੁੱਕੇ ਨੇ ਥੋੜੇ ਟਾਈਮ ਦੇ ਵਿੱਚ, 1 ਸਾਲ ਦੇ ਵਿੱਚ 3 CM ਦੇ ਜਿਹੜੇ ਬਦਲ ਚੁੱਕੇ ਨੇ। ਸਰਕਾਰ 2 ਪਾਰਟੀਆਂ ਦੀ ਹੀ ਰਹੀ ਹੈ, ਕਾਂਗਰਸ ਦੀ ਰਹੀ ਹੈ, ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਹੈ। ਤੇ ਇਹਦੇ ਵਿੱਚ ਘਟਨਾਕ੍ਰਮ ਕੀ ਹੈ ਉਹ ਆਪਾਂ ਦੇਖ ਲੈਂਦੇ ਹਾਂ ਕਿ ਪੂਰਾ ਘਟਨਾਕ੍ਰਮ ਹੋਇਆ ਕਿਵੇਂ, ਬਿਕਰਮ ਮਜੀਠੀਆ ਉਹਨਾਂ ਨੇ ਕਦੋਂ ਪਟੀਸ਼ਨਸ ਪਾਈਆਂ ਤੇ ਜਿਹੜੀ ਸਰਕਾਰ ਵੱਲੋਂ ਕੀ ਕਿਹਾ ਗਿਆ, ਨਾਲ ਹੀ ਨਾਲ ਕੋਰਟ ਨੇ ਕੀ ਕਹਿ ਕੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬੇਲ ਪਟੀਸ਼ਨ ਹੈ ਉਹਨੂੰ ਖਾਰਜ ਕਰ ਦਿੱਤਾ, ਰਿਜੈਕਟ ਕਰ ਦਿੱਤਾ। 20 ਦਸੰਬਰ 2021 ਨੂੰ ਸਭ ਤੋਂ ਪਹਿਲਾਂ ਜਿਹੜੀ ਇਹ ਬੇਲ ਮਾਫ ਕਰਨਾ ਜਿਹੜੀ FIR ਹੈ ਇਹ ਦਰਜ ਹੋਈ। FIR ਦੇ ਵਿੱਚ ਕਿਹਾ ਗਿਆ ਕਿ ਭੋਲਾ ਨਾਂ ਦਾ ਜਿਹੜਾ ਇੱਕ ਪੁਲਿਸ ਅਧਿਕਾਰੀ ਸੀਗਾ, ਪਹਿਲਾਂ ਖਿਡਾਰੀ ਸੀਗਾ, ਫਿਰ ਨਸ਼ਾ ਤਸਕਰ ਦੇ ਨਾਂ ਤੋਂ ਮਸ਼ਹੂਰ ਹੋਇਆ, ਉਹਨੇ ਨਾਮ ਲਿਆ ਸੀਗਾ ਕਿ ਐ ਕਰਕੇ ਚਿੱਟਾ ਵੇਚਦੇ ਸੀਗੇ ਅਸੀਂ, ਇਹ ਸਾਰੇ ਕੰਮ ਦੇ ਪਿੱਛੇ ਕਹਿੰਦੇ ਬਿਕਰਮ ਮਜੀਠੀਆ। ਉਸ ਤੋਂ ਬਾਅਦ ਇਹ ਬੜਾ ਰੌਲਾ ਪਿਆ। 2014 ਦੇ ਇਲੈਕਸ਼ਨ ਸੀਗੇ, ਉਹਨਾਂ ਇਲੈਕਸ਼ਨਾਂ ਤੋਂ ਬਾਅਦ ਫਿਰ ਅੱਗੇ ਰੌਲਾ ਚੱਲੀ ਗਿਆ, ਕੀ ਹੋਇਆ ਕਿਵੇਂ ਹੋਇਆ। ਬੜੀ ਵਾਰੀ ਸਿੱਟ ਵੀ ਬੈਠੀ, ਕਿਸੇ ਸਿੱਟ ਨੇ
ਇਹਨਾਂ ਨੂੰ ਛੱਡ ਦਿੱਤਾ, ਕਿਸੇ ਨੇ ਇਹਦਾ ਨਾਮ ਵਿੱਚ ਨਹੀਂ ਲਿਆ। ਬਿਕਰਮ ਮਜੀਠੀਆ ਉਹਨਾਂ ਦਾ ਨਾਮ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਤਾਂ ਕਹਿੰਦੀਆਂ ਆਈਆਂ ਨੇ, ਕੇਜਰੀਵਾਲ ਉਹਨਾਂ ਨੇ ਕੰਧਾਂ ਤੇ ਵੀ ਪੰਜਾਬ ਦੀਆਂ ਲਿਖਾਤਾ ਸੀਗਾ, ਮੁੜ ਕੇ ਮਾਫੀ ਮੰਗ ਕੇ ਆਪਣੇ ਹੱਥ ਵੀ ਛਡਾ ਲਏ ਸੀਗੇ ਜਦੋਂ ਉਹਨਾਂ ਨੇ ਮਾਨਹਾਨੀ ਦਾ ਦਾਅਵਾ ਕੀਤਾ ਮਜੀਠੀਆ ਉਹਨਾਂ ਨੇ। ਪਰ ਗਾਹੇ ਬਗਾਹੇ ਇਹਨਾਂ ਦਾ ਨਾਮ ਆਉਂਦਾ ਰਿਹਾ ਕਿ ਚਿੱਟੇ ਦੇ ਤਸਕਰ ਨੇ, ਚਿੱਟਾ ਵੇਚਦੇ ਨੇ। ਇਹ ਕੇਸ ਦੇ ਕਰਕੇ ਹੀ ਫਾਈਨਲੀ FIR ਜਿਹੜੀ 20 ਦਸੰਬਰ ਨੂੰ ਹੋ ਗਈ। ਇਹਦਾ ਜਿਹੜਾ ਸੂਤਰਧਾਰ ਹੈ ਉਹ ਦੱਸਿਆ ਜਾਂਦਾ ਕਿ ਸੁਖੀ ਰੰਧਾਵਾ ਨੇ। ਸੁਖਜਿੰਦਰ ਰੰਧਾਵਾ ਕੋਲੇ ਉਸ ਸਮੇਂ ਹੋਮ ਮਿਨਿਸਟਰੀ ਸੀਗੀ। ਹੋਮ ਮਿਨਿਸਟਰੀ ਹੋਣ ਤੋਂ ਬਾਅਦ ਉਹਨਾਂ ਨੇ ਪੂਰੀਆਂ ਤਾਕਤਾਂ ਆਪਣੇ ਹੱਥ ਦੇ ਵਿੱਚ ਲਈਆਂ। DGP 3 ਵਾਰੀ ਇਹਨਾਂ ਨੂੰ ਬਦਲਣਾ ਪਿਆ ਪੰਜਾਬ ਦਾ, ਪਰ ਇਹਨਾਂ ਨੇ FIR ਬਿਕਰਮ ਮਜੀਠੀਆ ਦਾ ਨਾਮ ਲੈ ਕੇ ਦਰਜ ਕਰਵਾ ਦਿੱਤੀ। ਨਾ ਕਿ ਦਰਜ ਕਰਵਾਈ, ਪਰ ਭਾਲ ਕਰਨੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਕਿ ਹੁਣ ਅਸੀਂ ਮਜੀਠੀਆ ਨੂੰ ਫੜ ਲੈਣਾ ਵੋਟਾਂ ਤੋਂ ਪਹਿਲਾਂ, ਤਾਂ ਕਿ ਸਾਨੂੰ ਦਿਖਾਉਣ ਲਈ ਕੁਛ ਨਾ ਕੁਛ ਸਾਹਮਣੇ ਹੋਵੇ ਕਿ ਦੇਖੋ ਕਿ ਅਸੀਂ ਆਪਣਾ ਫੇਸ ਬਚਾ ਲਿਆ। ਹੁਣ ਆਂਦੇ ਪਹਿਲਾਂ ਕੈਪਟਨ ਨੇ ਜੋ ਕਰਿਆ ਨਹੀਂ ਕਰਿਆ ਨਾ ਕਰਿਆ। ਇਹਨਾਂ ਦਾ ਭਤੀਜਾ ਸੀਗਾ, ਇਹਨਾਂ ਦਾ ਭਾਣਜਾ ਸੀਗਾ, ਇਹਦਾ ਚਾਚਾ ਸੀ, ਉਹਦਾ ਤਾਇਆ ਸੀ, ਉਹਦਾ ਮਾਮਾ ਸੀ, 75-25 ਸੀ, 45-55 ਸੀਗਾ, ਜੋ ਕੁਛ ਵੀ ਸੀ। ਉਸ ਤੋਂ ਬਾਅਦ ਸਰਕਾਰ ਜਿਹੜੀ ਹੁਣ ਸਾਡੀ ਆ ਗਈ ਹੈ ਤੇ ਅਸੀਂ ਦੇਖੋ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ। ਇਹ ਇੱਕ ਦੱਸਿਆ ਜਾਂਦਾ ਕਿ ਇਹ ਇਹਨਾਂ ਕਾਰਨਾਂ ਕਰਕੇ ਕਾਂਗਰਸ ਨੇ ਇਹਨਾਂ ਖਿਲਾਫ ਜਾਂਦੇ FIR ਕਰਤੀ, ਜੋ ਕਿ ਬਿਕਰਮ ਮਜੀਠੀਆ ਉਹਨਾਂ ਦੇ ਗਲੇ ਦੀ ਹੱਡੀ ਬਣਨ ਲੱਗੀ ਸੀ ਆਉਣ ਵਾਲੇ ਸਮੇਂ ਦੇ ਵਿੱਚ। ਨਾ ਮਜੀਠੀਆ ਪਰਿਵਾਰ ਨੂੰ ਇਹ ਪਤਾ ਸੀਗਾ, ਨਾ ਬਾਦਲ ਪਰਿਵਾਰ ਨੂੰ ਇਹ ਪਤਾ ਸੀਗਾ ਕਿ ਇੰਨੇ ਲੰਬੇ ਸਮੇਂ ਦੇ ਲਈ ਇੰਨਾ ਵੱਡਾ ਲੀਡਰ, ਯਾਨੀ ਕਿ ਸੁਖਬੀਰ ਬਾਦਲ ਤੋਂ ਬਾਅਦ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਲੀਡਰ ਇਸ ਸਮੇਂ ਹੈ ਤਾਂ ਉਹ ਬਿਕਰਮ ਮਜੀਠੀਆ ਹੀ ਮੰਨਿਆ ਜਾਂਦਾ ਹੈ। ਹੁਣ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਕੁਛ ਮਰਜ਼ੀ ਕਹੀ ਜਾਣ, ਉਹਦੇ ਵਿੱਚ ਚੰਦੂਮਾਜਰਾ ਸਾਹਿਬ ਕੁਛ ਮਰਜ਼ੀ ਕਹੀ ਜਾਣ, ਢੀਂਡਸਾ ਸਾਹਿਬ ਆਲਰੇਡੀ ਆਪਣੀ ਪਾਰਟੀ ਨੂੰ ਲੈ ਕੇ ਅਲੱਗ ਹੋ ਚੁੱਕੇ ਨੇ। ਵੱਡੇ ਲੀਡਰਾਂ ਦਾ ਜਿਹੜਾ ਇੱਕ ਜਿਹੜੀ ਹੈਰਾਰਕੀ ਬਣੀ ਹੋਈ ਹੈ, ਉਹ ਹੈਰਾਰਕੀ ਦੇ ਵਿੱਚ ਸੁਖਬੀਰ ਬਾਦਲ ਤੋਂ ਬਾਅਦ ਜੇ ਦੂਜਾ ਨਾਮ ਆਉਂਦਾ ਹੈ ਤਾਂ ਉਹ ਬਿਕਰਮ ਮਜੀਠੀਆ ਦਾ ਹੀ ਆਉਂਦਾ, ਤੀਜਾ ਨਾਮ ਫਿਰ ਹਰਸਿਮਰਤ ਕੌਰ ਬਾਦਲ ਦਾ ਆਉਂਦਾ। ਸੋ ਇਹ ਸਾਰਾ ਬੜਾ ਇੱਕਦਮ ਰੌਲਾ ਚੱਲਿਆ ਕਿ ਅਸੀਂ ਫੜ ਲੈਣਾ, ਅਸੀਂ ਅੰਦਰ ਦੇ ਜਾਣਾ, ਅਸੀਂ ਇਹ ਕਰ ਦੇਣਾ। ਨਵਜੋਤ ਸਿੰਘ ਸਿੱਧੂ ਹੋਣੀ ਨੇ ਜਿਹੜੇ ਉਹ ਆਪਣੀ ਸਪੀਚਾਂ ਦੇ ਵਿੱਚ ਕਹਿੰਦੇ ਰਹੇ ਨੇ, ਕਿਤੇ ਕਹਿ ਦਿੰਦੇ ਸੀਗੇ ਕਿ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ, ਕਿਤੇ ਫਿਰ ਉਹਨਾਂ ਨੇ ਇਹ ਵੀ ਵਿੱਚੋਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਫੜ ਕੇ ਅਸੀਂ ਅੰਦਰ ਦੇਵਾਂਗੇ, ਅਸੀਂ FIR ਕਰਾਈ ਹੈ, ਮੇਰੀ ਸਰਕਾਰ ਨੇ ਕਰਾਈ ਹੈ। ਉਹਨਾਂ ਦਾ ਇਹ ਕਹਿਣਾ ਸੀ, ਕਹਿੰਦੇ ਸਾਡੀ ਸਰਕਾਰ ਨੇ ਕਰਾਈ ਹੈ, ਮੇਰੀ ਸਰਕਾਰ ਨੇ ਕਰਾਈ ਹੈ, ਮੈਂ ਕਰਾਇਆ, ਕਹਿੰਦੇ ਅੰਦਰ ਬਿਕਰਮ ਮਜੀਠੀਆ ਨੂੰ ਮੈਂ ਕਰਾਉਣਾ ਅੰਦਰ, ਉਹਦਾ FIR ਉਹਦੇ ਨਾਮ ਵਿੱਚ ਨਾ ਮੈਂ ਲਿਖਾਇਆ। ਇਹ ਗੱਲ ਅੱਗੇ ਜਾ ਕੇ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਭੁਗਤੀ ਕਿਵੇਂ, ਉਹ ਦੱਸਾਂਗੇ। ਇਲੈਕਸ਼ਨਸ ਹੋਣੀਆਂ ਸੀਗੀਆਂ 20 ਫਰਵਰੀ ਨੂੰ ਪੰਜਾਬ ਦੇ ਵਿੱਚ, 20 ਫਰਵਰੀ 2020 ਨੂੰ ਇਲੈਕਸ਼ਨਸ ਪੰਜਾਬ ਦੇ ਵਿੱਚ ਹੋਣੀਆਂ ਸੀਗੀਆਂ। ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਹੋਣੀ ਨੇ ਜਿਹੜੇ ਉਹ ਅੰਡਰਗਰਾਉਂਡ ਹੋ ਗਏ, ਲੱਭੇ ਨਹੀਂ ਕਾਫੀ ਟਾਈਮ। ਕੋਈ ਕਹਿੰਦਾ ਰਿਹਾ ਅੰਮ੍ਰਿਤਸਰ ਦੇ ਵਿੱਚ ਨੇ, ਕਦੀ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਦਿੰਦੇ ਸੀਗੇ, ਕਦੀ ਜਿਹੜੀ ਰੇਡ ਤੋਂ ਉਹ ਬਚਣੇ ਸ਼ੁਰੂ ਹੋ ਜਾਂਦੇ ਸੀਗੇ। ਆਪਣੀ ਮੋਹਾਲੀ ਵਾਲੀ ਕੋਠੀ ਇਹਨਾਂ ਨੇ ਛੱਡ ਦਿੱਤੀ ਸੀ, ਚੰਡੀਗੜ੍ਹ ਵਾਲੀ ਕੋਠੀ ਵੀ ਛੱਡ ਦਿੱਤੀ ਸੀਗੀ, ਉੱਥੇ ਨਹੀਂ ਮਿਲੇ। ਮੁੜ ਕੇ ਇਹਨਾਂ ਨੇ ਇਹੀ ਕਿਹਾ ਕਿ ਮੈਂ ਇੱਥੇ ਹੀ ਸੀਗਾ, ਗੁਰੂ ਦੀ ਨਗਰੀ ਵਿੱਚ ਸੀਗਾ, ਪੰਜਾਬ ਦੇ ਵਿੱਚ ਸੀਗਾ, ਫੜਿਆ ਨਹੀਂ ਗਿਆ। ਬਲੈਂਕਟ ਬੇਲ ਇਹਨਾਂ ਨੂੰ ਮਿਲ ਗਈ, ਅਰੈਸਟ ਇਹਨਾਂ ਦੀ ਅਰੈਸਟ ਦੇ ਉੱਤੇ ਰੋਕ ਲਾ ਦਿੱਤੀ ਸੁਪਰੀਮ ਕੋਰਟ ਨੇ 31 ਜਨਵਰੀ 2022। ਉਹ ਕਹਿੰਦੇ ਇਹਨਾਂ ਨੂੰ ਇਲੈਕਸ਼ਨ ਲੜ ਲੈਣ ਦਿਓ, ਫਿਰ ਦੇਖਦੇ ਆ ਕਿ ਕਰਨਾ ਕੀ ਹੈ। ਦੂਜੇ ਪਾਸੇ ਬਿਕਰਮ ਮਜੀਠੀਆ ਉਹਨਾਂ ਨੂੰ ਇਹ ਚੇਤਾਵਨੀ ਦੇ ਦਿੱਤੀ ਕਿ ਤੁਸੀਂ ਭਾਈ ਜਿੱਥੇ ਵੀ ਇਹਨਾਂ ਨੇ ਬੁਲਾਇਆ, SIT ਨੇ ਜਾਂ ਕਿਸੇ ਵੀ ਅਦਾਲਤ ਨੇ ਜਾਂ ਕਿਸੇ ਵੀ ਥਾਣੇ ਨੇ ਤੁਹਾਨੂੰ ਬੁਲਾਇਆ, ਤੁਹਾਨੂੰ ਜਾਣਾ ਪੈਣਾ, ਜੇ ਨਹੀਂ ਜਾਂਦੇ ਤਾਂ ਤੁਹਾਡੀ ਅਰੈਸਟ ਹੋਊਗੀ। 31 ਜਨਵਰੀ 2022 ਦੀ ਆਪਾਂ ਗੱਲ ਕਰ ਰਹੇ ਹਾਂ। 24 ਫਰਵਰੀ ਜਦੋਂ ਇਲੈਕਸ਼ਨ ਹੋ ਹਟੇ, ਉਸ ਤੋਂ 3-4 ਦਿਨ ਬਾਅਦ ਬਿਕਰਮ ਮਜੀਠੀਆ ਹੋਣੀ ਤਾਮਝਾਮ ਨਾਲ ਜਾਂਦੇ ਨੇ, ਜਾ ਕੇ ਮੋਹਾਲੀ ਕੋਰਟ ਦੇ ਵਿੱਚ ਸਰੈਂਡਰ ਕਰ ਦਿੰਦੇ ਨੇ। ਸਰੈਂਡਰ ਕਰਦੇ ਨੇ ਸੰਦੀਪ ਸਿੰਘਲਾ ਉਹਨਾਂ ਦੀ ਅਦਾਲਤ ਦੇ ਵਿੱਚ। ਦੱਸਿਆ ਜਾਂਦਾ ਹੈ ਕਿ ਮਾਮਲਾ ਇੰਨਾ ਗਰਮ ਸੀਗਾ ਕਿ ਇਹਨਾਂ ਨੂੰ 90 ਮਿੰਟ ਤੱਕ, ਯਾਨੀ ਕਿ 1.5 ਘੰਟੇ ਤੱਕ ਕੋਰਟ ਦੇ ਵਿੱਚ ਹੀ ਪੁੱਛਤਾਛ ਇਹਨਾਂ ਤੋਂ ਹੋਈ SIT ਦੁਆਰਾ। ਬੜੀਆਂ ਅਖਬਾਰਾਂ ਨੇ ਇਹ ਚੀਜ਼ ਲਾਈ ਹੈ, SIT ਨੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ। ਉਹਨਾਂ ਨੇ ਨਾ ਹੀ ਇਹ ਦੱਸਿਆ ਕਿ ਕੀ ਸਵਾਲ ਇਹਨਾਂ ਤੋਂ ਪੁੱਛੇ ਗਏ ਜਾਂ ਨਹੀਂ ਪੁੱਛੇ ਗਏ, ਪਰ ਇਹ ਸਾਰਾ ਮਾਮਲਾ ਉਸ ਟਾਈਮ ਸਾਹਮਣੇ ਆਇਆ। 8 ਮਾਰਚ ਨੂੰ ਫਿਰ ਜੁਡੀਸ਼ੀਅਲ ਕਸਟਡੀ ਇਹਨਾਂ ਦੀ ਐਕਸਟੈਂਡ ਹੋਈ ਮੋਹਾਲੀ ਅਦਾਲਤ ਵੱਲੋਂ, ਜਦੋਂ ਇਹਨਾਂ ਨੇ ਦੁਬਾਰਾ ਜਾ ਕੇ ਵਿੱਚ ਬੇਲ ਪਟੀਸ਼ਨ ਪਾਈ ਕਿ ਮੈਨੂੰ ਛੱਡਿਆ ਜਾਵੇ, ਮੇਰੇ ਖਿਲਾਫ ਪੋਲੀਟੀਕਲ ਵੈਂਡੇਟਾ ਹੋ ਰਿਹਾ ਹੈ, ਮੇਰੇ ਨਾਲ ਕਿਹੜ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਸਰਕਾਰ ਵੱਲੋਂ ਤੇ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ। ਖੈਰ ਮੋਹਾਲੀ ਕੋਰਟ ਨੇ ਕਿਹਾ ਕਿ ਐਸਾ ਕੁਝ ਨਹੀਂ ਹੋ ਰਿਹਾ, ਤੁਹਾਡੇ ਖਿਲਾਫ ਜਿਹੜਾ ਕੇਸ ਹੈ ਉਹਨੂੰ ਅਸੀਂ ਦੇਖਾਂਗੇ, ਉਹਦੇ ਵਿੱਚ ਜਾਂਚ ਜਦੋਂ ਹੋਊਗੀ ਅੱਗੇ ਵਧੂਗੀ, ਫਿਰ ਆਪਾਂ ਦੇਖਦੇ ਹਾਂ ਕਿ ਕਰਨਾ ਕੀ ਹੈ। 22 ਮਾਰਚ ਨੂੰ ਫਿਰ ਇਹ ਦੁਬਾਰਾ ਜਾਂਦੇ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੋਹਾਲੀ ਕੋਰਟ ਦੇ ਵਿੱਚ। ਇਹਨਾਂ ਦੇ ਵਕੀਲ ਜਾਂਦੇ ਨੇ ਕਿ ਭਾਈ ਸਾਡਾ ਬੰਦਾ ਛੱਡੋ, ਸਾਡਾ ਬੰਦਾ ਬਹੁਤ ਤਗੜਾ ਲੀਡਰ ਹੈ, ਇਹਦੇ ਖਿਲਾਫ ਹੈ ਜਿਹੜਾ ਉਹ ਵੈਂਡੇਟਾ ਹੋ ਰਿਹਾ, ਇੱਕ
ਸਵਾਂਕ ਹੈ ਜਿਹੜਾ ਉਹ ਰਚਾਇਆ ਗਿਆ, ਜਿਹਦੇ ਅਧੀਨ ਹੈ ਵਿਕਰਮ ਮਜੀਠੀਆ ਨੂੰ ਫੜਿਆ ਗਿਆ ਤੇ ਮਜੀਠੀਆ ਛੱਡੋ ਲਹਿਰ ਚੱਲੀ ਸੋਸ਼ਲ ਮੀਡੀਆ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ। ਇਮੋਸ਼ਨਲ ਜਿਹੜਾ ਇੱਕ ਧਾਰ ਹੈ ਜਿਹੜੀ ਪੰਜਾਬ ਦੀ, ਉਹਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੜੇ ਲੋਕਾਂ ਨੇ ਇਹਨਾਂ ਦੀਆਂ ਡੀਪੀਜ਼ ਆਪਣੀ ਡੀਪੀ ਦੇ ਉੱਤੇ ਲਾ ਲਈਆਂ ਇਹਨਾਂ ਦੀਆਂ ਪਿਕਚਰਸ। ਬੜੇ ਲੋਕਾਂ ਨੇ ਇਮੋਸ਼ਨਲ ਆਪਣੇ ਕਈਆਂ ਨੇ ਪੋਸਟਾਂ ਵੀ ਪਾਈਆਂ ਕਿ ਸਾਡੇ ਨਾਲ ਮਜੀਠੀਆ ਸਾਹਿਬ ਹੁੰਦੇ ਸੀ ਉਦੋਂ ਐਂ ਕਰਦੇ ਸੀ, ਪਾਠ ਕਰਦੇ ਰਹਿੰਦੇ ਸੀ ਸਾਰਾ ਟਾਈਮ, ਸਾਡੇ ਨਾਲ ਇੱਕ ਅੱਧੇ ਟਾਈਮ ਗੱਲ ਕਰਦੇ ਸੀਗੇ ਫਿਰ ਪਾਠ ਕਰਨ ਲੱਗ ਜਾਂਦੇ ਸੀ। ਬੜੇ ਪੇਜਾਂ ਨੇ ਇਹ ਗੱਲਾਂ ਕੀਤੀਆਂ ਕਿ ਐਵੇਂ ਹੁੰਦਾ ਤੇ ਮਜੀਠੀਆ ਸਾਹਿਬ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ। ਹਰਸਿਮਰਤ ਕੌਰ ਬਾਦਲ ਉਹਨਾਂ ਨੇ ਵੀ ਆ ਕੇ ਕਿਹਾ, ਵਿੱਚ ਇਹਨਾਂ ਦੀ ਧਰਮ ਪਤਨੀ ਉਹਨਾਂ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਗੱਲਾਂ ਕੀਤੀਆਂ ਕਿ ਸਾਰੇ ਜਿਹੜੇ ਬੱਚੇ ਨੇ ਉਹ ਆਪਣੇ ਘਰਦਿਆਂ ਦੇ ਨਾਲ ਨੇ ਜਿਹੜੀਆਂ ਉਹ ਗਰਮੀ ਦੀਆਂ ਛੁੱਟੀਆਂ ਬਿਤਾ ਰਹੇ ਨੇ ਇਹ ਸਾਡੇ ਕਾਲ ਦੇ ਦੌਰਾਨ, ਤੇ ਵੀ ਮੇਰਾ ਪਰਿਵਾਰ ਹੈ ਉਹਦੇ ਤੋਂ ਖੋਹ ਲਿਆ ਗਿਆ, ਜਿਹੜਾ ਮੇਰੇ ਬੱਚੇ ਨੇ ਉਹਨਾਂ ਤੋਂ ਖੋਹ ਲਿਆ ਗਿਆ ਉਹਨਾਂ ਦਾ। ਸੋ ਇਹ ਇਮੋਸ਼ਨਲ ਇੱਕ ਐਂਗਲ ਇਸ ਕੇਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ। ਖੈਰ ਅਦਾਲਤ ਕਹਿੰਦੀ ਕਿ ਨਹੀਂ ਜੀ, ਵੀ ਤੁਸੀਂ ਅਗਲੀ ਵਾਰੀ ਆਪ ਆਇਓ 5 ਅਪ੍ਰੈਲ ਨੂੰ ਦੇਖਦੇ ਆ ਕਿ ਇਸ ਮਾਮਲੇ ਦੇ ਉੱਤੇ ਕਰਨਾ ਕੀ ਆ, ਉਦੋਂ ਦੇ ਲਈ ਤੁਹਾਡੀ ਜੁਡੀਸ਼ੀਅਲ ਕਸਟਡੀ ਆ ਵਧਾਈ ਜਾਂਦੀ। ਜੁਡੀਸ਼ੀਅਲ ਕਸਟਡੀ ਉਦੋਂ ਤੱਕ ਵਧਾ ਦਿੱਤੀ ਗਈ 14 ਦਿਨਾਂ ਦੀ, ਉਸ ਤੋਂ ਬਾਅਦ ਫਿਰ 5 ਅਪ੍ਰੈਲ ਨੂੰ ਵਧਾਈ ਗਈ ਜਦੋਂ ਇਹ ਪਰਸਨਲੀ ਉੱਥੇ ਨਹੀਂ ਆਏ, ਵੀਡੀਓ ਕਾਨਫਰੰਸਿੰਗ ਰਾਹੀਂ ਹੀ ਇਹ ਪਹੁੰਚੇ। ਤੇ 19 ਅਪ੍ਰੈਲ ਨੂੰ ਇਸ ਤੋਂ ਬਾਅਦ ਫਿਰ ਇਹ ਕੋਰਟ ਦੇ ਵਿੱਚ ਜਿਹੜੇ ਪਹੁੰਚੇ ਨੇ ਤੇ ਇਹਨਾਂ ਨੇ ਫਿਰ ਇਹੀ ਗੱਲ ਕਹੀ ਹੈ ਕਿ ਪੋਲੀਟੀਕਲੀ ਮੋਟੀਵੇਟਡ ਹੈ, ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਇੱਥੇ ਇਹ ਰਹੇ ਨੇ। ਤੇ 19 ਅਪ੍ਰੈਲ ਨੂੰ ਇਹਨਾਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਆ ਉਹਨੂੰ ਐਕਸਟੈਂਸ਼ਨ ਦਿੱਤੀ ਗਈ, ਉਹਨੂੰ ਵਧਾਵਾ ਦਿੱਤਾ ਗਿਆ ਤੇ ਇਹਨਾਂ ਨੂੰ ਮੁੜ ਬੁਲਾਇਆ ਸੀਗਾ ਇਹਨਾਂ ਨੇ 4 ਮਈ ਨੂੰ। ਇਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਇਹਨਾਂ ਦੀ ਜਾਨ ਨੂੰ ਹੈਗਾ ਉਹ ਖਤਰਾ ਹੈਗਾ। ਇਸ ਦੌਰਾਨ ਜਿਹੜਾ ਵਿਕਰਮ ਮਜੀਠੀਆ ਉਹਨਾਂ ਦਾ ਪੱਖ ਹੈ ਉਹਨਾਂ ਨੇ ਇੱਕ ਆਪਣੀ ਗੱਲ ਅੱਗੇ ਰੱਖੀ ਕਿ ਵਿਕਰਮ ਮਜੀਠੀਆ ਉਹਨਾਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਸਪੈਸ਼ਲ ਸੈੱਲ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਹੁੰਦੇ ਸੀਗੇ ਉਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੋੜ ਦਿੱਤਾ। ਉੱਥੇ ਹੁਣ ਐਡਮਿਨਿਸਟ੍ਰੇਸ਼ਨ ਵਾਲੇ ਬੰਦੇ ਬਹਿੰਦੇ ਨੇ, ਜਿਹੜੇ ਪੁਲਿਸ ਵਾਲੇ ਨੇ ਉਹ ਆ ਕੇ ਬਹਿੰਦੇ ਨੇ ਉੱਥੇ, ਤੇ ਉੱਥੇ ਹੁਣ ਜਿਹੜੇ ਪੋਲੀਟੀਕਲ ਕੈਦੀ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। VIP ਸੈੱਲ ਨੇ ਜਿਹੜੇ ਉਹ ਕਹਿੰਦੇ ਖਤਮ ਕਰ ਦਿੱਤੇ ਨੇ। ਖੈਰ ਅਗਲੀ ਗੱਲ ਹੋਈ ਕਿ ਇਹ ਕਹਿੰਦੇ ਜੀ ਵੀ ਬੰਦੇ ਜਿਹੜੇ ਵਿੱਚ ਹਵਾਲਾਤੀ ਨੇ ਬੜੇ ਸਾਰੇ ਜਿਹੜੇ ਜੇਲ੍ਹ ਦੇ ਵਿੱਚ ਬੰਦੇ ਨੇ ਉਹ ਕਈਆਂ ਚੱਕੀ ਫਿਰਦੇ ਨੇ, ਕਹਿੰਦੇ ਸਾਨੂੰ ਲੱਗਦਾ ਡਰ ਵੀ ਕੋਈ ਪੋਲੀਟੀਕਲੀ ਮੋਟੀਵੇਟਡ ਬੰਦਾ ਆ ਕੇ ਇਹਨਾਂ ਨੂੰ ਮਰਵਾ ਨਾ ਦੇਵੇ, ਇਸ ਕਰਕੇ ਇਹਨਾਂ ਨੂੰ ਬੇਲ ਦਿੱਤੀ ਜਾਵੇ। ਵਿੱਚ ਜੇ ਇਹ ਗੱਲ ਵੀ ਆਈ ਸੀਗੀ ਕਿ ਜਿਹੜੇ ਇਹਨਾਂ ਦਾ ਜਿਹੜੇ ਚੱਕੀ ਦੇ ਵਿੱਚ ਇਹ ਰਹਿ ਰਹੇ ਨੇ, ਕਹਿੰਦੇ ਸੀ ਕਿ ਕਈ ਵਾਰੀ ਫਾਂਸੀ ਚੱਕੀ ਦੇ ਵਿੱਚ ਵੀ ਇਹਨਾਂ ਨੂੰ ਰੱਖਿਆ ਗਿਆ। ਮੁੜ ਕੇ ਕਹਿੰਦੇ ਵੀ ਜਿਹੜੀ ਚੱਕੀ ਆ ਉਹ ਬਹੁਤ ਜ਼ਿਆਦਾ ਛੋਟੀ ਹੈ, 6.25 ਫੁੱਟ ਦੇ ਬੰਦੇ ਨੂੰ ਕਹਿੰਦੇ ਤੁਸੀਂ 8 ਫੁੱਟ ਦੇ ਜਿਹੜੇ ਕਮਰੇ ਦੇ ਵਿੱਚ ਰੱਖਿਆ ਹੋਇਆ, ਸਾਹ ਘੁੱਟਦਾ ਉੱਥੇ ਰਿਹਾ ਨਹੀਂ ਜਾਂਦਾ, ਕਰੀਏ ਕੀ ਹਾਲ ਦਵਾਈ ਆ, ਉੱਥੇ ਗੱਦੇ ਵੀ ਚੱਜਦੇ ਨਹੀਂ ਹੈਗੇ, ਥੱਲੇ ਗੰਦ ਪਏ। ਖੈਰ ਇਹ ਸਾਰੀਆਂ ਗੱਲਾਂ ਹੋਈਆਂ। ਕਹਿੰਦੇ 4 ਮਈ ਨੂੰ ਤੁਸੀਂ ਆ ਜਾਓ, ਮੋਹਾਲੀ ਕੋਰਟ ਕਹਿੰਦੀ ਕਿ ਤੁਸੀਂ 4 ਮਈ ਨੂੰ ਆ ਜਾਓ, ਤੁਹਾਨੂੰ ਦੇਖਦੇ ਆ ਕਿ ਕੀ ਕਰਨਾ ਕੀ ਨਹੀਂ ਕਰਨਾ, ਉਦੋਂ ਤੱਕ ਤੁਸੀਂ ਜੇਲ੍ਹ ਦੇ ਵਿੱਚ ਹੀ ਰਹੋ। 11 ਮਈ ਨੂੰ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਵਿਕਰਮ ਮਜੀਠੀਆ ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਨੇ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ FIR ਹੋਈ ਹੈ ਉਹ ਪੋਲੀਟੀਕਲੀ ਮੋਟੀਵੇਟਡ ਹੈ, ਪੋਲੀਟੀਕਲ ਵੈਂਡੇਟ ਹੈ, ਕਿਹੜ ਕੱਢੀ ਜਾ ਰਹੀ ਹੈ ਰਾਜਨੀਤਿਕ, ਤੇ ਇਹਨੂੰ ਖਾਰਜ ਕੀਤਾ ਜਾਵੇ, ਇਹਨੂੰ ਪੜ੍ਹਿਆ ਜਾਵੇ ਸੁਪਰੀਮ ਕੋਰਟ ਦੇ ਵੱਲੋਂ, ਤੇ ਇਹਨੂੰ ਮਿੰਟ ਤੋਂ ਪਹਿਲਾਂ ਕਹਿੰਦੇ ਪਾੜ ਕੇ ਪਾਸੇ ਛੱਡ ਦਿਓ ਕਿਉਂਕਿ ਇਹਦੇ ਵਿੱਚ ਸੱਚਾਈ ਇੱਕ ਰਾਈ ਦੇ ਬਰਾਬਰ ਵੀ ਨਹੀਂ ਹੈਗੀ। ਸੁਪਰੀਮ ਕੋਰਟ ਕਹਿੰਦੇ ਜਿਵੇਂ ਨਹੀਂ ਸਾਡੀ ਗੱਲਬਾਤ ਹੈ ਹੀ ਨਹੀਂ, ਤੁਸੀਂ ਜਿਹੜੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਜਾਓ, ਉਹਦੇ 'ਚ ਜਾ ਕੇ ਆਪਣੀ ਗੱਲ ਰੱਖੋ, ਜੇ ਉਹ ਤੁਹਾਡੀ ਗੱਲ ਨਹੀਂ ਸੁਣਨਗੇ ਫਿਰ ਅਸੀਂ ਗੱਲ ਤੁਹਾਡੀ ਤੇ ਗੌਰ ਕਰਾਂਗੇ, ਪਰ ਹਜੇ ਤੁਹਾਡੇ ਕੋਲੇ ਇੱਕ ਪੜਾਵ ਹੈਗਾ ਕਿਉਂਕਿ ਤੁਹਾਡੀ ਹੈ ਜਿਹੜੀ ਅਰਜ਼ੀ ਉਹ ਜਿਹੜਾ ਕੇਸ ਹੈ ਉਹ ਮੋਹਾਲੀ ਕੋਰਟ ਦੇ ਵਿੱਚ ਚੱਲ ਰਿਹਾ। ਇਸ ਤੋਂ ਬਾਅਦ ਕਾਫੀ ਵਾਰੀ ਇਹਨਾਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਹੈਗੀ ਆ ਉਹਨੂੰ ਐਕਸਟੈਂਸ਼ਨਸ ਮਿਲੀ ਗਈਆਂ, ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਬਾਤਾਂ ਵੀ ਠੰਡੀਆਂ ਹੋ ਗਈਆਂ, ਪੇਜਾਂ ਨੇ ਵੀ ਅਕਾਲੀ ਪੇਜਾਂ ਨੇ ਵੀ ਕੁਝ ਪਾਣੂ ਨਾ ਪਾਣੂ ਮਨਾ ਕਰ ਦਿੱਤਾ ਵੀ ਠੀਕ ਹੈ ਆਪਾਂ ਹੋਰ ਗੱਲਾਂ ਬਾਤਾਂ ਦੇਖਦੇ ਹਾਂ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਗਈਆਂ, ਵਿੱਚ ਸਮਰਥਨ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦੇ ਦਿੱਤਾ ਭਾਜਪਾ ਨੂੰ। ਫਿਰ ਮਨਪ੍ਰੀਤ ਇਆਲੀ ਉਹਨਾਂ ਦੀ ਉਹ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸਮਰਥਨ ਨਹੀਂ ਕਰਦਾ ਪਾਰਟੀ ਦਾ ਇਹਦੇ ਵਿੱਚ ਕਿ ਭਾਜਪਾ ਨੂੰ ਵੋਟ ਪਾਵਾਂ, ਮੈਂ ਨਹੀਂ ਪਾਉਂਦਾ ਭਾਜਪਾ ਦੀ। ਜਿਹੜੇ ਦ੍ਰੋਪਦੀ ਮੁਰਮੂ ਜੀ ਨੇ ਹੁਣ ਪ੍ਰੈਜ਼ੀਡੈਂਟ ਨੇ, ਉਦੋਂ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ। ਸੋ ਇਹ ਸਾਰਾ ਕੁਝ ਹੋਇਆ। ਉਸ ਤੋਂ ਬਾਅਦ 2 ਦਿਨ ਪਹਿਲਾਂ ਯਾਨੀ ਕਿ ਅੱਜ ਰੱਖੜੀ ਦਾ ਦਿਨ ਹੈ, ਕੱਲ ਵਿਕਰਮ ਮਜੀਠੀਆ ਉਹਨਾਂ ਨੂੰ ਬੇਲ ਮਿਲੀ ਸੀਗੀ ਤੇ ਉਸ ਤੋਂ 1 ਦਿਨ ਪਹਿਲਾਂ ਰਾਤ ਨੂੰ ਯਾਨੀ ਕਿ ਪਰਸੋਂ ਰਾਤ ਨੂੰ
ਇੱਕੋਦਮ ਫੋਟੋਜ਼ ਤੇ ਵੀਡੀਓਜ਼ ਪੈਣੀਆਂ ਸ਼ੁਰੂ ਹੋ ਗਈਆਂ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਦੀਆਂ ਅਕਾਲੀ ਲੀਡਰਾਂ ਵੱਲੋਂ ਫੋਟੋਆਂ ਪਾਣੀਆਂ, ਉਹਨਾਂ ਦੀ ਰਿਹਾਈ ਦੀ ਮੰਗ ਕਰਨਾ, ਕਈਆਂ ਦੇ ਐਸੇ ਬੋਲ ਹੋਣੇ ਜਿਹਦੇ ਵਿੱਚ ਝਲਕਦਾ ਸੀਗਾ ਕਿ ਸ਼ਾਇਦ ਕੁਝ ਵੱਡਾ ਹੋਣ ਵਾਲਾ ਹੈ, ਸ਼ਾਇਦ ਮਜੀਠੀਆ ਬਾਹਰ ਆਉਣ ਵਾਲਾ। ਇਹ ਗੱਲਾਂ ਬਾਤਾਂ ਹੋਣੀਆਂ, ਇਹ ਹੈਰਾਨ ਕਰਨ ਵਾਲੀਆਂ ਸੀਗੀਆਂ। ਜਦੋਂ ਇਹੋ ਜਿਹਾ ਕੁਝ ਪੜਿਆ ਸਾਡੇ ਵੀ ਕੰਨ ਖੜੇ ਹੋਏ ਕਿ ਇਹ ਇੱਕੋਦਮ ਹੋਣ ਕੀ ਵਾਲਾ, ਕਿਉਂਕਿ ਹਮਕ ਜੀ ਆਉਂਦੀ ਸੀਗੀ ਉਹਨਾਂ ਸਾਰੀਆਂ ਜਿਹੜੀਆਂ ਪੋਸਟਾਂ ਸੀਗੀਆਂ ਕਿ ਕੁਝ ਵੱਡਾ ਹੋਣ ਵਾਲਾ। ਪਰ ਅਦਾਲਤ ਦਾ ਮਾਮਲਾ ਸੀਗਾ, ਉਹਦੇ ਉੱਤੇ ਕੋਈ ਕੁਝ ਬੋਲ ਨਹੀਂ ਸਕਦਾ ਸੀ। ਸਬ ਜੁਡਿਸ ਮਾਮਲਾ ਹੈ, ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਸੀ, ਕੋਈ ਟੀਕਾ ਟਿੱਪਣੀ ਨਹੀਂ ਹੋ ਸਕਦੀ ਸੀਗੀ। ਕਿਸੇ ਨੇ ਵੀ ਉਸ ਗੱਲ ਨੂੰ ਸੀਰੀਅਸਲੀ ਨਹੀਂ ਲਿਆ ਕਿ ਠੀਕ ਹੈ ਪਾਰਟੀ ਹੈ ਆਪਣੇ ਬੰਦੇ ਦੀ ਰਿਹਾਈ ਦੇ ਲਈ ਗੁਹਾਰ ਕਰ ਰਹੀ ਹੈ। ਪਰ ਇੱਥੇ ਜੇ ਆਪਾਂ ਗੱਲ ਕਰ ਲਈਏ ਕਿ ਪਿਛਲੀਆਂ ਕਈ ਪੇਸ਼ੀਆਂ ਦੇ ਦੌਰਾਨ ਨਾ ਤਾਂ ਅਕਾਲੀ ਸੋਸ਼ਲ ਮੀਡੀਆ ਵੱਲੋਂ ਨਾ ਹੀ ਅਕਾਲੀ ਵਰਕਰਾਂ ਵੱਲੋਂ ਕੁਝ ਜ਼ਿਆਦਾ ਰੌਲਾ ਪਾਇਆ ਗਿਆ ਸੀਗਾ ਇਸ ਪੂਰੇ ਮਾਮਲੇ ਦੇ ਉੱਤੇ ਕਿ ਮਜੀਠੀਆ ਉਹਨਾਂ ਨੂੰ ਛੱਡੋ ਜਾਵੇ। ਖੈਰ ਵਿਕਰਮ ਮਜੀਠੀਆ ਉਹਨਾਂ ਨੂੰ ਕੱਲ੍ਹ ਛੱਡ ਦਿੱਤਾ ਗਿਆ। ਮਜੀਠੀਆ ਉਹਨਾਂ ਨੇ ਬਾਹਰ ਆਂਦੀ ਆਪਣੇ ਅੰਦਾਜ਼ ਦੇ ਵਿੱਚ ਉਹ ਗੱਲਾਂ ਬਾਤਾਂ ਕੀਤੀਆਂ ਕਿ ਸ਼ੁਕਰਾਨਾ ਕਰਨਾ ਚਾਹੁੰਦਾ ਗੁਰੂ ਸਾਹਿਬਾਨ ਦਾ ਜਾਂਦੇ ਹੀ ਨਾਲ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਤੇ ਵੀ ਤੰਜ ਕੱਸ ਕੇ ਜਾਂਦੇ ਹਨ, ਕਹਿੰਦੇ ਕੰਨਾਂ 'ਚ ਵੱਜਦਾ ਫਿਰਦਾ। ਨਾਮ ਉਹਨਾਂ ਨੇ ਕਿਸੇ ਦਾ ਨਹੀਂ ਲਿਆ ਪਰ ਸਾਫ਼ ਸੀਗਾ ਜਿਹਦੇ ਬਾਰੇ ਉਹਨਾਂ ਦਾ ਇਸ਼ਾਰਾ ਸੀ। ਇਹ ਗੱਲਾਂ ਬਾਤਾਂ ਹੋਈਆਂ, ਇਸ ਤੋਂ ਬਾਅਦ ਹੀ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਲੋਕਾਂ ਨੇ 2 ਦੇ 2 4 ਕਰਨੇ ਸ਼ੁਰੂ ਕਰ ਦਿੱਤੇ ਕਿ ਮਜੀਠੀਆ ਹੋਣੀ ਇੱਕੋਦਮ ਬਾਹਰ ਆ ਕੇ ਕੀ ਐਸਾ ਤਾਂ ਨਹੀਂ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪ੍ਰੈਜ਼ੀਡੈਂਸ਼ੀਅਲ ਜਾਂ ਵਾਈਸ ਪ੍ਰੈਜ਼ੀਡੈਂਸ਼ੀਅਲ ਦੇ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਵੋਟਾਂ ਦੀ ਬਲੀ ਦੇ ਕੇ ਵਿਕਰਮ ਮਜੀਠੀਆ ਉਹਨਾਂ ਨੂੰ ਕਿਸੇ ਤਰ੍ਹਾਂ ਬਾਹਰ ਕਢਵਾਇਆ। ਕੀ ਐਸਾ ਹੋਇਆ? ਸਵਾਲ ਹੈ, ਸੋਸ਼ਲ ਮੀਡੀਆ ਦੇ ਉੱਤੇ ਸਵਾਲ ਹੈ, ਗੱਲਾਂ ਦਾ ਕੜਾ ਬਣਾਇਆ ਜਾ ਰਿਹਾ। ਆਪਾਂ ਵੀ ਥੋੜਾ ਜਿਹਾ ਬਣਾ ਕੇ ਦੇਖ ਲਿਆ, ਤੁਸੀਂ ਚੱਕ ਕੇ ਦੱਸੋ ਵੀ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਨਾ ਲੱਗਿਆ। ਅਕਾਲੀ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ, ਕਾਂਗਰਸ ਵੱਲੋਂ ਦੁੱਖ ਮਨਾਇਆ ਜਾ ਰਿਹਾ ਹੈ। ਕਾਂਗਰਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਤੇ, ਕਹਿੰਦੇ ਇਹਨਾਂ ਨੇ ਕੱਖ ਨਹੀਂ ਕਰਨਾ, ਇਹਨਾਂ ਨੇ ਕੱਖ ਕਰਿਆ ਨਹੀਂ, ਇਹਨਾਂ ਨੇ ਬੇੜਾ ਗਰਕ ਕਰ ਦਿੱਤਾ, ਇਹਨਾਂ ਨੇ ਉੱਥੇ ਜਾ ਕੇ ਚੰਗੀ ਤਰ੍ਹਾਂ ਰਹਿਨੁਮਾਈ ਨਹੀਂ ਕੀਤੀ ਕੋਰਟ ਦੇ ਵਿੱਚ ਜਾ ਕੇ। ਇਸੇ ਕਰਕੇ ਮਜੀਠੀਆ ਨੂੰ ਅੱਜ ਬੇਲ ਆ ਜਿਹੜੀ ਮਿਲ ਗਈ ਆ। ਅਸੀਂ ਤਾਂ FIR ਕਰਤੀ ਸੀ, ਫੜ ਕੇ ਅੰਦਰ ਦੇਣ ਦਾ ਪੂਰਾ ਪ੍ਰੋਗਰਾਮ ਕਰ ਦਿੱਤਾ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਬ ਜੁਡਿਸ ਕੇਸ ਹੈ, ਉਹਦੇ ਬਾਰੇ ਹੁਣ ਅਸੀਂ ਬੋਲੀਏ ਕਿ ਅਦਾਲਤਾਂ ਨੇ ਕਰਨਾ ਜੋ ਕਰਨਾ ਹੈ, ਸਾਡੇ ਵਾਸਤੇ ਹੱਥ ਤਾਂ ਹੈ ਨਹੀਂ। ਅਸੀਂ ਤਾਂ ਅਰੈਸਟ ਪਵਾ ਦਿੱਤੀ ਸੀ, ਅੰਦਰ ਕਰਵਾ ਦਿੱਤਾ ਸੀਗਾ, ਹੁਣ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੋਣਾ ਕੀ ਹੈ ਕੀ ਨਹੀਂ ਹੋਣਾ। ਇੱਕ ਗੱਲ ਬੜੀ ਦਿਲਚਸਪ ਆਮ ਆਦਮੀ ਪਾਰਟੀ ਨੇ ਕਹੀ ਕਿ ਇਹਨਾਂ ਨੂੰ ਸਿਰਫ ਬੇਲ ਮਿਲੀ ਹੈ, ਇਹਨਾਂ ਨੂੰ ਛੱਡਿਆ ਨਹੀਂ ਗਿਆ, ਇਹਨਾਂ ਨੂੰ ਕੇਸ ਦੇ ਵਿੱਚੋਂ ਕੱਢਿਆ ਨਹੀਂ ਗਿਆ ਬਾਹਰ, ਇਹਨਾਂ ਦਾ ਨਾਮ ਖਾਰਿਜ ਨਹੀਂ ਹੋ ਗਿਆ ਕੇਸ ਦੇ ਵਿੱਚੋਂ, FIR ਦੇ ਵਿੱਚੋਂ, ਇਹਨਾਂ ਨੂੰ ਸਿਰਫ ਬੇਲ ਮਿਲੀ। ਤੇ ਬੇਲ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਜਿਹੜੀ ਆਜ਼ਾਦੀ ਹੈ ਉਹ ਇੱਕ ਤਰ੍ਹਾਂ ਦੀ ਬੇਨਾਮੀ ਹੈ, ਕਿਉਂਕਿ ਕੋਰਟ ਦੇ ਵਿੱਚ ਜਦੋਂ ਇਹ ਫੈਸਲਾ ਹੋ ਗਿਆ ਕਿ ਹੁਣ ਤੁਹਾਡੀ ਬੇਲ ਖਤਮ ਹੈ ਤਾਂ ਉਹਨੂੰ ਤੁਹਾਨੂੰ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪੈਣਾ ਹੈ। ਸੋ ਇਹ ਗੱਲਾਂ ਅਕਾਲੀ ਲੀਡਰ ਨੇ ਜਿਹੜੇ ਉਹ ਵੀ ਧਿਆਨ ਦੇ ਵਿੱਚ ਰੱਖਣ, ਕੋਈ ਐਸਾ ਵੱਡਾ ਬਿਆਨ ਨਾ ਦੇ ਜਿਹੜਾ ਬਾਅਦ ਦੇ ਵਿੱਚ ਫਿਰ ਔਖਾ ਹੋਵੇ ਕਵਰ ਕਰਨਾ। ਤੇ ਇਹ ਗੱਲਾਂ ਦਾ ਧਿਆਨ ਰੱਖਣ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਕਿ ਉਹ ਵੀ ਕਿਸੇ ਤਹਿਸ ਦੇ ਵਿੱਚ ਆ ਕੇ ਕੋਈ ਐਸਾ ਬਿਆਨ ਨਾ ਦੇ ਦੇਣ ਜਿਹੜਾ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਪ੍ਰੋਡਿਊਸ ਕਰਕੇ ਅਕਾਲੀ ਦਲ ਵਾਲੇ ਕਹਿਣ ਕਿ ਦੇਖੋ ਜੀ ਇਸ ਤਾਂ ਪਹਿਲੇ ਕਹਿੰਦੇ ਸੀ ਕਿ ਪੋਲੀਟੀਕਲ ਵੈਂਡੇਟਾ ਹੈਗਾ। ਸੱਚ ਦਾ ਸੱਚ, ਝੂਠ ਦਾ ਝੂਠ ਸਾਹਮਣੇ ਆਉਣਾ ਚਾਹੀਦਾ ਹੈ। ਜੇ ਵਿਕਰਮ ਮਜੀਠੀਆ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਸਾਡੀ ਵੀ ਦਰਖਾਸਤ ਹੈ ਕਿ ਇਹਨਾਂ ਨੂੰ ਜਿਹੜਾ ਜੇ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਇਸ ਬੇਫਾਲਤੂ ਦੇ ਕੇਸ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਪਰ ਜੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਬੜੀ ਵਾਰੀ ਕਹਿ ਚੁੱਕਿਆ ਜਾਂ ਇਹਨਾਂ ਦੇ ਆਪਣੀ ਭੈਣ ਬੀਬੀ ਹਰਸਿਮਰਤ ਕੌਰ ਬਾਦਲ ਬੜੀ ਵਾਰੀ ਕਹਿ ਚੁੱਕੇ ਨੇ ਕਿ ਜੇ ਇਹਨਾਂ ਦੇ ਭਰਾ ਦਾ ਥੋੜਾ ਜਿਹਾ ਵੀ ਇਸ ਦੇ ਵਿੱਚ ਦੋਸ਼ ਹੈ ਤਾਂ ਉਹਨਾਂ ਦਾ ਕੱਖ ਨਾ। ਸੋ ਇਹ ਅਰਦਾਸ ਸੀਗੀ ਸਾਡੀ ਵੀ, ਤੇ ਇਹ ਮੈਨੂੰ ਲੱਗਦਾ ਸਾਰਿਆਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਦੋਸ਼ੀ ਨੂੰ ਉਹਦੀ ਦੋਸ਼ ਦੀ ਸਜ਼ਾ ਮਿਲਣੀ ਚਾਹੀਦੀ ਹੈ। ਤੇ ਜੇ ਉਹਨਾਂ ਨੇ ਕੁਝ ਨਹੀਂ ਕਰਿਆ ਤਾਂ ਉਹਨਾਂ ਨੂੰ ਓਬਵੀਅਸਲੀ ਬਾਹਰ ਆ ਜਾਣਾ ਚਾਹੀਦਾ ਹੈ ਟਾਈਮ ਸਿਰ, ਕਿਉਂਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ। ਸੋ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ। ਚਾਹ ਤੇ ਚਰਚਾ ਕਿਵੇਂ ਲੱਗਿਆ ਤੁਹਾਨੂੰ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਨਾਲ ਹੀ ਨਾਲ ਇਹ ਵੀ ਦੱਸਿਓ ਕਿ ਕਿਵੇਂ ਲੱਗ ਰਹੇ ਨੇ ਸਾਡੇ ਪ੍ਰੋਗਰਾਮ। ਅਸੀਂ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਕੋਈ ਨਾ ਕੋਈ ਗੈਸਟ ਆਪਣੇ ਨਾਲ ਬਿਠਾਈਏ। ਅੱਜ ਰੱਖੜੀ ਦਾ ਤਿਉਹਾਰ ਹੈ, ਤੁਹਾਨੂੰ ਸਭ ਨੂੰ ਰੱਖੜੀ ਦੇ ਤਿਉਹਾਰ ਦੀ ਬਹੁਤ ਬਹੁਤ ਵਧਾਈਆਂ, ਬਹੁਤ ਸ਼ੁਭਕਾਮਨਾਵਾਂ। ਹਰ ਇੱਕ ਭੈਣ ਨੂੰ ਹਰ ਇੱਕ ਵੀਰ ਦਾ ਸਾਥ ਹਮੇਸ਼ਾ ਰਹੇ, ਹਰ ਇੱਕ ਵੀਰ ਨੂੰ ਹਰ ਇੱਕ ਭੈਣ ਦਾ ਸਾਥ ਹਮੇਸ਼ਾ ਰਹੇ, ਤੇ ਇਹ ਜਿਹੜਾ ਪਿਆਰਾ ਰਿਸ਼ਤਾ ਹੈ ਇਹ ਇਸੇ ਤਰ੍ਹਾਂ ਬਣਿਆ ਰਹੇ ਹਰ ਇੱਕ ਪਰਿਵਾਰ ਦੇ ਵਿੱਚ।
ਤੇ ਕਦੀ ਵੀ ਕਿਸੇ ਭੈਣ ਨੂੰ, ਕਿਸੇ ਵੀਰ ਨੂੰ ਆਪਣੀ ਰੱਖਿਆ ਕਰਨ ਲਈ ਵੰਗਾਰਨ ਦੀ ਲੋੜ ਨਾ ਪਵੇ। ਵਿਮਨ ਐਮਪਾਵਰਮੈਂਟ ਵੀ ਹੋਵੇ, ਔਰਤਾਂ ਵੀ ਉਨੀਆਂ ਸੁਰੱਖਿਅਤ ਹੋਣ, ਔਰਤਾਂ ਵੀ ਆਪਣੇ ਆਪ ਦੇ ਵਿੱਚ ਉਨੀਆਂ ਸક્ષਮ ਹੋਣ ਕਿ ਜੇ ਕੋਈ ਪੀੜ ਪੈਂਦੀ ਹੈ ਤਾਂ ਇੱਟ ਦਾ ਜਵਾਬ ਪੱਥਰ ਮਾਰ ਦੇ ਸਕਣ। ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਚਾਹ ਤੇ ਚਰਚਾ ਖਤਮ ਕਰਦੇ ਹਾਂ ਜੀ। ਮੈਂ ਪੌਣੀ ਬਿੰਦਰਾ, ਕੱਲ ਤੁਹਾਨੂੰ ਫਿਰ ਮਿਲਦਾ ਇਸੇ ਟਾਈਮ। ਬਹੁਤ ਧੰਨਵਾਦ।